हो गया स्टार्ट। चलो हुण आवाज़ किधर ही ना आवे। ਅਸੀਂ ਹੁਣ ਅਗਲਾ ਟੌਪਿਕ ਕਰਨ ਲੱਗੇ ਹਾਂ ਲੈਟਿਸ ਵਾਈਬ੍ਰੇਸ਼ਨ ਚੱਲ ਰਿਹਾ। ਲੈਟਿਸ ਵਾਈਬ੍ਰੇਸ਼ਨ ਦਾ ਅਸੀਂ ਸਭ ਤੋਂ ਪਹਿਲਾਂ ਆਰਟੀਕਲ ਕੱਢ ਲਿਆ ਹੋਇਆ, ਕਿਹੜਾ ਸੀਗਾ ਮੋਨੋਟੋਮਿਕ ਵਾਲਾ ਵੀ ਕੱਢ ਲਿਆ। ਫਿਰ ਲੈਟਿਸ ਵਾਈਬ੍ਰੇਸ਼ਨ ਦੇ ਵਿੱਚ ਅਸੀਂ ਉਹ ਵੀ ਪੜ੍ਹ ਲਿਆ ਸੀਗਾ, ਜਿਹੜਾ ਸਪ੍ਰਿੰਗ ਕਾਂਸਟੈਂਟ ਵਾਲਾ ਆਰਟੀਕਲ ਹੁੰਦਾ ਉਹ ਵੀ ਡਨ ਹੈ। ਹੁਣ ਅਸੀਂ ਕਰਾਂਗੇ ਡਾਈ ਐਟੋਮਿਕ ਲੀਨੀਅਰ, ਲਿਖ ਲਓ ਡਾਈ ਐਟੋਮਿਕ ਲੀਨੀਅਰ ਲੈਟਿਸ ਵਾਈਬ੍ਰੇਸ਼ਨ, ਜਿਹਦੇ ਵਿੱਚ ਅਸੀਂ ਅਕੋਸਟਿਕ ਤੇ ऑप्टिकल ब्रांच बारे पढ़ांगे कि असल मीनिंग क्यों है कि कुछ फ्रीक्वेंसी ਨੂੰ ਅਕੋਸਟਿਕ क्यों कहते हैं, कुछ फ्रीक्वेंसी ਨੂੰ ऑप्टिकल क्यों कहते हैं। ठीक है, सो हेडिंग पा लो लैटिस वाइब्रेशन इज डायटोमिक लीनियर लैटिस। ठीक है, डायटोमिक की सिंपल एग्जांपल ये NaCl मॉलिक्यूल, बट ਅਸੀਂ NaCl मॉलिक्यूल की स्ट्रिप देखांगे वन डायमेंशनल। ठीक है, 3D स्ट्रक्चर नहीं देखांगे। ठीक है, सबसे पहले अपनी कॉपी में डायग्राम M1 मास आगे कितना आएगा M2 फिर कितना आएगा M1 फिर कितना आएगा इतना। ठीक है, इतना भी ऐसे तरीके भी ऐसे कौन है M2। ठीक है, लग गया पता। तो लीनियर चेन ये बड़ी लंबी है ते मान लेंगे इतों कितों शुरू होया काम। ठीक है, आ वाले मॉलिक्यूल साडा कंसीडर करांगे एनु एनु ਆਪਾਂ ਕਹਿੰਦੇ ਆ ਕਿ origin ਤੋਂ ਇਹ ਕਿੰਨੀ ਗਿਣਤੀ ਦੀ ਮੋਲੀਕਿਊਲ 2n ਕੀ ਕਹਾਂਗੇ ਇਹਨੂੰ। ਜਦੋਂ ਲੀਨੀਅਰ ਮੋਲੀਕਿਊਲ ਪੜਿਆ ਸੀ ਨਾ, ਜਦੋਂ ਵਨ ਸਿੰਗਲ ਮੋਨੋਟੋਮਿਕ ਸੀ ਉਹ ਚ ਆਪਾਂ nth ਪੜਿਆ ਸੀ, ਕੀ ਪੜਿਆ ਸੀ ਇਹਨੂੰ nth ਮੋਲੀਕਿਊਲ ਜਾਂ nth ਐਟਮ ਜਾਂ nth ਪਾਰਟੀਕਲ। ਉਹਨਾਂ ਨੂੰ ਕਿੰਨਾ ਪਾਰਟੀਕਲ ਕਹਿੰਦੇ 2n। ਕਾਰਨ ਕੀ ਹੈ, ਦੋ ਦੋ ਗਏ ਆ, ਇੱਕ m1 ਇੱਕ ਕਿਹੜਾ ਹੈਗਾ m2, ਤਾਂ ਆਪਾਂ ਡਬਲ ਕਰ ਰਹੇ ਹਾਂ। ਇਹਦੀ ਲੋਕੇਸ਼ਨ ਇੱਥੋਂ ਹੀ ਲੈ ਕੇ ਕਿੰਨੀ ਲੋਕੇਸ਼ਨ ਹੈ ਇਹ 2n ਐਟਮ ਹੈਗਾ, ਇਹ ਕਿਹੜਾ ਹੋਏਗਾ 2n + 1 ਐ 2n + 2 ਤੇ ਇਹ ਕਿੰਨਾ ਆਏਗਾ 2n - 1। ਪਿੱਛੋਂ ਦੀ ਵਾਈਬ੍ਰੇਸ਼ਨ ਆਏਗੀ, ਇਹਨੂੰ ਡਿਸਟਰਬ ਕਰੇਗੀ, ਇਹ ਅੱਗੇ ਪੁਸ਼ ਹੋਏਗਾ, ਫਿਰ ਉਹ ਅੱਗੇ ਇਹਨੂੰ ਪੁਸ਼ ਕਰੇਗਾ, ਇਹਨੂੰ ਪੁਸ਼ ਇਦਾਂ ਅੱਗੇ ਜਾਣਗੇ, ਪਿੱਛੇ ਨਹੀਂ ਆ ਸਕਦੇ। ਹੁਣ ਇੱਕ ਚੀਜ਼ ਹੋਰ ਹੋ ਸਕਦੀ ਹੈ, ਜੇ ਬੇਸ x ਐਕਸਿਸ ਵੱਲ ਜਾ ਰਹੀ ਹੈ, ਪਾਰਟੀਕਲ x ਐਕਸਿਸ ਅਰਾਊਂਡ ਫਾਰਵਰਡ ਜਾਣ ਦੇ ਬੈਕ ਆ ਜਾਣ, ਇਹ ਹੁੰਦੀ ਲੌਂਗੀਟਿਊਡਨਲ ਵੇਵ। ਕਿਹੜੀ ਹੁੰਦੀ ਹੈ, ਇਹਨੂੰ ਆਪਾਂ ਕਹਾਂਗੇ ਅਕੋਸਟਿਕ ਬ੍ਰਾਂਚ। ਕੀ ਕਹਾਂਗੇ ਇਹਨੂੰ, ਹੋ ਸਕਦਾ ਪਾਰਟੀਕਲ ਡਿਸਟਰਬ ਕੀਤਾ ਜਾਏ, ਵੇਵ ਅੱਗੇ ਪਾਰਟੀਕਲ ਉੱਪਰ ਨੀਚੇ ਹੋ ਜਾਏ, ਉੱਪਰ ਨੀਚੇ, ਉਹਨੂੰ ਕੀ ਕਹਾਂਗੇ ਆਪਾਂ ऑप्टिकल ब्रांच। तो अकॉस्टिक ਤੇ ऑप्टिकल ब्रांच ਇਸ ਤਰੀਕੇ ਨਾਲ ਹੁੰਦੀ ਹੈ। ਕੁਝ ਟਾਈਮ ਬਾਅਦ ਇਹਨੂੰ ਆਪਾਂ ਇਹ ਪਾਰਟੀਕਲ ਕੰਸੀਡਰ ਕਰਦੇ ਹਾਂ, ਇਹ ਆਪਣੀ ਪੋਜੀਸ਼ਨ ਤੋਂ ਥੋੜਾ ਅੱਗੇ ਚਲਾ ਗਿਆ, ਕਿੰਨਾ ਡਿਸਟੈਂਸ ਅੱਗੇ ਗਿਆ x2n, ਕਿੰਨਾ ਆਇਆ x2n। ਆ ਪਾਰਟੀਕਲ ਆਪਣੀ ਲੋਕੇਸ਼ਨ ਤੋਂ ਕਿੰਨਾ ਅੱਗੇ ਚਲਾ ਗਿਆ x2n + 1। आ वाला पार्टिकल जो डिस्टर्बेंस ट्रैवल है कितना आगे गया x2n - 1। ठीक है, डायग्राम ऐसा बनानी है। मान के चलांगे दे आर कनेक्टेड विद द स्प्रिंग। हम ਦੱਸਿਆ ਸੀਗਾ ਜਦੋਂ ਮੋਲੀਕਿਊਲ ਦੇ ਐਟਮ ਕਲੋਜ਼ ਟੂਗੇਦਰ ਹੁੰਦੇ ਸੋਲਿਡ ਦੇ, ਉਹ ਇੱਕ ਡਿਸਟੈਂਸ ਤੇ ਆ ਕੇ ਮੇਨਟੇਨ ਹੋ ਜਾਂਦੇ, ਜਦੋਂ ਉਹਨਾਂ ਦੀ ਪੋਟੈਂਸ਼ੀਅਲ એનર્ਜੀ ਮਿਨੀਮਮ ਹੋ ਜਾਂਦੀ ਹੈ। ਜੇ ਉਹ ਡਿਸਟੈਂਸ ਘਟਾਓਗੇ ਪੋਟੈਂਸ਼ੀਅਲ એનર્ਜੀ ਪੋਜ਼ਿਟਿਵ ਹੋ ਜਾਏਗੀ, ਦੇ ਵਿਲ ਰਿਪੈਲ। ਜੇ डिस्टेंस ज़्यादा करोगे टेंशन की नेगेटिव है, दे विल अट्रैक्ट टुगेदर। ठीक है, इट जस्ट बिहेव लाइक दे आर कनेक्टेड विद द स्प्रिंग। हुन वाइब्रेशन इस तरीके ही है, इतों धक्का वज्जा, ए ज़्यादा अगे गया, मान लो 5 सेंटीमीटर या 5 नैनोमीटर जाता है, ए जाएगा 4.5, ए जाएगा 4, घटता जाएगा इतना। ठीक है, तो असीं देखना किहड़ा कंसीडर कर रहे हैं पार्टिकल, किहड़ा पार्टिकल देख रहे हैं पहला m1। अगर मैं m1 पार्टिकल की गल करांगा, ਇਹਦੇ ਉੱਤੇ कौन-कौन फोर्स लगाएगा, चल रही दादा प्लॉट एक मिनट ये काफी है, ओके है, मैं चौक थोड़ी कर देना डाला। ठीक है, बोर्ड ग्रीन है ना थोड़ा ਜਿਹਾ ਉਹਦੇ ਕਰਕੇ ਹੈ ਤੇ ਰਿਫਲੈਕਸ਼ਨ ਜੇ ਜ਼ਿਆਦਾ ਪਏਗੀ ਇਸ ਸਾਈਡ ਤੇ ਪੈਂਦੀ ਪਈ, ਇੱਥੇ ਮੈਂ ਲਿਖਣਾ ਹੀ ਨਹੀਂ ਚਾਹੁੰਦਾ। ਹੁਣ ਮੇਰਾ ਮੇਨ ਪਰਪਸ ਕੀ ਹੈ, ਦੇਖੋ ਆਹ ਵਾਲਾ ਮਾਸ ਦੇ ਉੱਤੇ कौन-कौन फोर्स लगाएगा। ठीक है, आप पहला स्प्रिंग है, आ किहड़ा है दूजा स्प्रिंग दे विच ਜਿਹੜੀ स्प्रिंग फोर्स ਹੁੰਦੀ ਹੈ ਕਿਹਦੇ ਕੋਲ ਹੁੰਦੀ ਹੈ, ਵੈਸੇ ਤਾਂ ਆਪਾਂ k * x ਲਿਖਦੇ ਆ, ਪਰ ਸਾਡੀ ਬੁੱਕ ਵਿੱਚ s ਲਿਖਿਆ ਹੋਇਆ ਸਟਿਫਨੈਸ ਕਾਂਸਟੈਂਟ। ਤੁਸੀਂ k ਨਾ ਕਰਨਾ, k ਨਾ ਕਰ ਲੈਣਾ, ਉਹਨੇ k s ਕਰਕੇ ਨਹੀਂ ਲਿਆ। ਜਿਹੜੀ ਵੇਵ ਇਕੁਏਸ਼ਨ ਹੁੰਦੀ ਹੈ sin ωt - kx, ਉਹ ਚ ਵੀ k ਆ ਜਾਂਦਾ, ਤੇ ਜੇ ਮੈਂ ਇੱਧਰ ਵੀ k ਲੈ ਲਾਂਗਾ ਤਾਂ 2k ਮਰਜ ਹੋ ਜਾਣਗੇ, ਇਸ ਕਰਕੇ ਅਸੀਂ k ਨਹੀਂ ਲਵਾਂਗੇ, ਕੀ ਕਰਾਂਗੇ s। ठीक है, ਇਹਦੀ ਲੈਂਥ ਵਿੱਚ ਕਿੰਨਾ ਚੇਂਜ ਹੈ ਇੱਧਰ ਪਾਸੇ 2n - nx, ਇੱਥੇ ਕਿੰਨਾ ਹੈ ਚੇਂਜ, तो टोटल चेंज होएगा mod 2n - 1 - 2n।
ਮੋਡ ਦਾ ਇਹ ਮਤਲਬ ਹੁੰਦਾ ਹੈ ਹੋ ਸਕਦਾ ਹੈ ਆ ਜ਼ਿਆਦਾ ਹੋ ਜਾਏ ਤੇ ਆ ਘੱਟ ਹੋ ਜਾਏ ਤਾਂ ਆਨਸਰ ਹੋਏਗਾ x2n x2n 1 ਜੇ ਆ ਜ਼ਿਆਦਾ ਹੋਇਆ ਆ ਘੱਟ ਹੋਇਆ ਤੇ ਫਿਰ ਅੱਛਾ ਲਿਖਣਾ ਪਏਗਾ। ਅਸੀਂ ਮੰਨ ਕੇ ਚੱਲਾਂਗੇ ਕਿ ਡਿਸਟਰਬੈਂਸ ਇਧਰੋਂ ਦੀ ਆਂਦੀ ਪਈ ਹੈ ਆ x2n 1 ਜ਼ਿਆਦਾ ਹੈ फिर उसके बाद कौन आएगा x2n फिर कौन आएगा x मान के चलांगे ना ताकि ਸਾਡੇ ਆਰਟੀਕਲ ਗਲਤ ਨਾ ਹੋ ਸਿਮੈਟਰੀ ਬਣ ਜਾਏ। ਇਹਦੇ ਵਿੱਚ ਜਿਹੜੀ ਚੇਂਜ ਇਨ ਲੈਂਥ ਆਣੀ ਉਹ ਕਿੰਨੀ ਆਣੀ mod x2n x2n + 1 ਠੀਕ ਹੈ ਲੱਗ ਗਿਆ ਪਤਾ ਠੀਕ ਹੈ। ਆ ਵਾਲੇ ਮਾਸ ਨੂੰ ਆ ਵਾਲੇ ਦਾ ਸਪ੍ਰਿੰਗ ਨੂੰ ਤਾਂ ਅੱਗੇ ਵੱਜਾ ਉਹਨੇ ਫੋਰਸ ਕਿੱਥੇ ਲਾਣੀ ਹੈ ਬੈਕਵਰਡ ਕਿੱਥੇ ਲੱਗੀ ਫੋਰਸ ਤੇ ਇਹ ਵਾਲਾ इधर फोर्स कितने लगेगी वो दसो अगे नु ठीक है क्योंकि जे ए स्प्रिंग इनु पीछे खिंच के लेके आएगा ना आ स्प्रिंग स्ट्रेच नहीं होना चाहता इतना ज्यादा ठीक है इन्हें फोर्स कितने लगानी है ठीक है तो दो फोर्सेस शो कर रहे हैं फोर्स F1 पे फोर्स कितनी होएगी ठीक है ਅਸੀਂ फोर्सेस ਦਾ ਕੀ ਲਿਖਾਂਗੇ मैग्नीट्यूड ਕੀ ਲਿਖਣਾ है फिर आ वाली फोर्स नेगेटिव x डायरेक्शन च गई है इनु माइनस चिन्ह गिन लांगे तो इनु गिन लांगे पॉजिटिव ते आने के लिए s mod x2n - 1 x2n ठीक है ये कितनी आनी है स्प्रिंग फोर्स होती है ना -kx k नहीं लिख रहा मैं s लिख रहे हैं क्यों लिख रहे हैं s ऑलरेडी आगे जाके कांस्टेंट k हो रहा है ना दो k हो जाएंगे मर्ज हो जाएंगे स्टिफनेस कांस्टेंट इनटू मॉडुलस मींस मैग्नीट्यूड ऐसे जी का वाली फोर्स की इक्वल होएगी स्टिफनेस कांस्टेंट x 2n - x 2n + 1 मॉडुलस ठीक है लग गया पता। अब चीजें डायग्राम से लिखनी है डायग्राम ਨੂੰ ਇਸ ਤੋਂ ਬਾਅਦ ਕੀ ਕਰਨਾ ਹੁੰਦਾ ਤੁਸੀਂ डायग्राम ਡਰਾ ਕਰ ਦਿੰਦੇ इंट्रोडक्शन ਵਿੱਚ 4 ਤੋਂ 5 ਲਾਈਨਾਂ ਲਿਖਣੀਆਂ और 4-5 ਲਾਈਨਾਂ ਕੀ ਹੋਣਗੀਆਂ कंसीडर a diatomic linear lattice with m1 m2 alternately placed with separation a कितनी सेपरेशन है सारे च गैप ओरिजिनल a चलेगा such that 2n - 1 पार्टिकल कितनी लोकेशन पे होएगा x = 2n - 1 into a अगला पार्टिकल कितने होगा 2na उसके अगला क्या रहेगा 2n + 1 आ लिखना है फिर तो लिखोगे a disturbance travel from right left to right such that at any instant equation of motion for m1 equation for motion for at distance 2n ਮੈਂ ਡਾਇਗਰਾਮ ਤੇ ਅਸੀਂ ਕਿਹੜੇ ਪਾਰਟੀਕਲ ਨੂੰ ਸਟੱਡੀ ਕਰ ਰਹੇ ਹਾਂ ਉਹ ਤੁਹਾਡੀ ਮਰਜ਼ੀ ਤੁਸੀਂ ਕਿੱਦਾਂ ਲਿਖਣਾ ਚਾਹੁੰਦੇ ਹੋ ਉਹੀ ਦੱਸਣਾ ਹੈ ਕਿ ਆਪਾਂ ਕਿਹੜੇ ਪਾਰਟੀਕਲ ਨੂੰ ਸਟੱਡੀ ਕੀਤਾ m1 ਹੁਣ ਅਗਰ ਅਸੀਂ ਇਹਦੀ ਇਕੁਏਸ਼ਨ ਲਿਖੀ ਹੈ ਤਾਂ ਤੁਹਾਨੂੰ ਪਤਾ ਹੈ ਨੈਟ ਫੋਰਸ ਕਿਹਦੀ ਗੱਲ ਕਰ ਰਹੇ ਹਾਂ x = 2n ਹੈ ਕਿੱਥੇ ਲਿਖ ਰਹੇ ਹਾਂ x = 2n ਹੈ ਤੇ ਕਿਹੜਾ ਪਾਰਟੀਕਲ ਹੈਗਾ m1 ਉਹਦੇ ਫੋਰਸ ਕੀ ਹੋਗੀ m1 d² dt² x 2n पता लग गया क्यों है नेट फोर्स की मास है एक्सेलरेशन की होती है डबल डेरिवेटिव ऑफ द पोजीशन और फोर्स देखिए s आगली फोर्स बैकवर्ड है ठीक है ਤੇ ਜੇ ਤੁਸੀਂ ਮੋਡ ਹਟਾਉਂਦੇ ਹੋ ਤੇ ਅੱਗੇ 네ਗੇਟਿਵ ਸਾਈਨ ਆਏਗਾ ਜੋ ਕਿ ਡਾਇਰੈਕਸ਼ਨ ਸ਼ੋ ਕਰੇਗਾ ਕਿੰਨਾ ਆਏਗਾ -x2n - 1 -x2n ਬੜੇ ਗੱਲਾਂ ਨਹੀਂ ਕਰਨੀ ਸਮਝ ਲਾਸਟ ठीक है ये वाली फोर्स की आनी है पॉजिटिव कितनी आएगी प्लस x2n - x2n + 1 आ सेम चीज थी मोनोटॉमिक लीनियर लैटिस पे पढ़ी थी कि स्टार्ट अच्छा करना होता है ठीक है ये लिखो पहला बनया था आंसर ठीक है सो रेफरेंस इक्को चलानी है या तो तुसी ਅੱਗੇ ਜਾਂਦੇ ਤੇ ਡਿਸਟੈਂਸ ਘਟਾਈ ਚੱਲੋ ਜਾਂ ਡਿਸਟੈਂਸ ਕੀ ਕਰੀ ਚੱਲੋ ਵਧਾਈ ਚੱਲੋ ਠੀਕ ਹੈ ਜੇ ਅਸੀਂ ਘਟਾਵਾਂਗੇ ਇਹ ਜ਼ਿਆਦਾ ਹੈ ਇਹਦਾ ਘੱਟ ਹੈ ਡਿਸਟੈਂਸ ਤੇ ਇਹਦਾ ਹੋਰ ਘੱਟ ਹੈ ਫਿਰ ਇਦਾਂ ਚੱਲੇਗਾ ਲਿਖ ਲਿਆ और लिखो और की बन सकता हूं मैं डायग्राम रेस करने लगा डायग्राम की लोड नहीं सानू डायग्राम वैसे भी लोड नहीं पैंदी मेन इक्वेशन बनाने की लोड पैंदी है इक्वल इक्वेशन बन गई फिर कोई लोड नहीं थी दूसरी की बन सकता मेरे को m1 d² x 2n by
dt स्क्वायर f x 2n माइनस x 2n माइनस 1 अगे बाद माइनस साइन प्लस x 2n प्लस 1 माइनस x 2n। ठीक है, पैटर्न एक ही फॉलो करना। यहाँ का डिस्प्लेसमेंट 2n माइनस 1 फिर 2n ते फिर 2n प्लस 1 बढ़दियां जाणगियां या घटदियां जाणगियां। आ कदों वरतना जे तुसी आर्टिकल नूं घटांदे हो लिखदे पए हो, देखो x 2n माइनस 1 ज़्यादा सी फिर कौन आया, फिर x 2n ज़्यादा फिर कौन आया, इत्थे मैं रिवर्स कर देता, दोनों ही ओके है। ठीक है, ये चीज़ हो गई। हुण जिहड़ा साडा बुक दा आर्टिकल है, जो तुहाडे ऑथर्स ने लिखिया होया, उन्हां ने की कीता होया इहदे विच ਇਹ वाला स्टैंडर्ड कितना है, ਇਹ भी ठीक है जे इन्ना चलांगे। हुण इन्ना ਚੱਲਣ ਨਾਲ ਤੁਹਾਡੀ ਗਲਤੀ ਕੀ ਹੋਏਗੀ, ਜਦੋਂ ਤੁਸੀਂ ਆਪਣਾ ਰਿਜ਼ਲਟ ਨਿਕਾਲੋਗੇ ਨਾ, ਰਿਜ਼ਲਟ 'ਚ ਪੋਜ਼ਿਟਿਵ ਤੇ ਨੈਗੇਟਿਵ ਸਾਈਨ ਮਿਸਮੈਚ ਹੋ ਜਾਣਗੇ। ਠੀਕ ਹੈ, ਤੇ ਤੁਹਾਨੂੰ ਕਨਫਿਊਜ਼ਨ ਹੋ ਸਕਦੀ ਕਿਤੇ ਨਾ ਕਿਤੇ ਕਿ ਗਲਤ ਤਾਂ ਨਹੀਂ ਹੈ। ਇਸ ਕਰਕੇ ਜੋ ਸਾਡੇ ਆਥਰ ਨੇ ਲਿਖਿਆ ਹੁੰਦਾ ਨਾ ਸਟੈਂਡਰਡ, ਉਹਨੂੰ ਮੰਨ ਕੇ ਚੱਲੀਏ। ਮੈਂ ਦੋਨੋਂ ਇਕੁਏਸ਼ਨ ਲਿਖਾ ਦਿੱਤੀ, ਸ਼ੁਰੂ ਤੋਂ ਇੱਥੋਂ ਕਰਾਂਗੇ। ਇਕੁਏਸ਼ਨ ਲਿਖਤੀ ਬਣੇਗੀ ਫਿਰ बोलो x 2n plus 1 plus x 2n minus 1 minus 2x 2n। तो ਇਹ ਕਿਹੜੇ ਪਾਰਟੀਕਲ ਇਹ ਹੈ, ਜਿਹੜਾ m1 ਪਾਰਟੀਕਲ ਹੈ ਕਿੰਨੀ ਲੋਕੇਸ਼ਨ ਤੇ ਹੈ 2n ਤੇ। ਸਿਮਿਲਰਲੀ for m2 at x equal to 2n plus 1। ठीक है, ਹੁਣ ਜਿਹੜਾ ਅਗਲਾ m2 ਦਾ ਕਿਸ ਲੋਕੇਸ਼ਨ ਤੇ ਹੈ 2n plus 1 ਹੈ। ਉਹ ਚੱਲਦੀ ਪਈ ਵੀਡੀਓ? ਯੈਸ ਸਰ। ਠੀਕ ਹੈ, ਕੀ ਇਕੁਏਸ਼ਨ ਬनेगी m2 d square x 2n plus 1 by dt square। ਇਹਦੇ ਚਲਾਵਾਂਗੇ। ਦੇਖੋ ਜੇ 2n ਪਾਰਟੀਕਲ ਗੱਲ ਕੀਤੀ ਸੀ, ਜਿਹਦੀ ਗੱਲ ਕਰ ਰਹੇ ਹਾਂ, ਉਹ ਖੁਦ ਕੀ ਚੱਲਦਾ ਹੈ ਮਾਈਨਸ, ਉਹਦਾ ਅਗਲਾ ਵੀ ਪੋਜ਼ਿਟਿਵ, ਉਹਦਾ ਪਿਛਲਾ ਵੀ ਕੀ ਹੈ। ਹੁਣ 2n plus 1 ਦਾ ਪਿਛਲਾ ਕੀ ਹੈ 2n, ਅਗਲਾ ਕੌਣ ਹੈ +2 ਤੇ ਮਾਈਨਸ ਕੀ ਹੋਇਆ ਗੁਦਾ ਹੋਇਆ। ਦੋ ਇਕੁਏਸ਼ਨ, ਇਹਨੂੰ ਇਕੁਏਸ਼ਨ ਮੰਨਾਂਗੇ 1 ਤੇ ਇਹਨੂੰ ਮੰਨਾਂਗੇ 2। ਦੇਖ ਲਓ ਪਹਿਲਾਂ ਦੋ ਇਕੁਏਸ਼ਨ ਹੋ ਗਈਆਂ ਸਾਰਿਆਂ ਦੀ, ਲਿਖ ਲੈ ਸਾਰਿਆਂ ਨੇ, ਕੋਈ ਡਾਊਟ ਹੈ ਇਹਦੇ ਵਿੱਚ? पैटर्न फॉलो करना आ गया, यहाँ तो ऐसा बनाना और लिख के वो कर देना, तो और वाला आप चलाने पे है। ठीक है, हुण लिखो जनरल इक्वेशन ऑफ वेव। जनरल इक्वेशन ऑफ वेव प्रोपेगेटिंग अलोंग पॉजिटिव एक्स एक्सिस, ये पूरी लाइन लिखनी है। जनरल इक्वेशन ऑफ वेव प्रोपेगेटिंग अलोंग पॉजिटिव एक्स एक्सिस। पॉजिटिव एक्स एक्सिस ਜਿਹੜੀ ਵੇਵ ਦੀ ਇਕੁਏਸ਼ਨ ਹੁੰਦੀ ਹੈ ਉਹ ਇਹ ਹੁੰਦੀ ਹੈ, ਦੋ ਪਾਰਟੀਕਲ ਹੈ ਨਾ, ਇੱਕ m1 ਤੇ ਇੱਕ ਕਿਹੜਾ m2। m1 ਵਾਲੇ ਪਾਰਟੀਕਲ ਦੇ ਵਿੱਚ ਜਿਹੜੀ ਪੋਜੀਸ਼ਨ ਵੇਵ ਜਨਰੇਟ ਹੋਏਗੀ ਉਹਦਾ ਐਂਪਲੀਟਿਊਡ ਅਲੱਗ ਹੋਏਗਾ a, ਤੇ m2 ਦਾ ਐਂਪਲੀਟਿਊਡ ਕਿੰਨਾ ਹੋਏਗਾ b ਮੰਨ ਕੇ ਚੱਲਾਂਗੇ। ਪਹਿਲਾਂ ਅਸੀਂ ਕਿਹਦੀ ਗੱਲ ਕਰਾਂਗੇ ਇੱਥੇ, ਤਾਂ ਮੇਰਾ ਜਿਹੜਾ x2n ਹੈਗਾ e iota omega t minus k 2n। ਇਹ ਇਕੁਏਸ਼ਨ ਇੱਥੇ ਹੁੰਦਾ ਸੀਗਾ, ਇਹ ਹੁੰਦਾ ਐਂਪਲੀਟਿਊਡ ਕਿਹੜੇ ਪਾਰਟੀਕਲ ਦਾ ਜਿਹਦਾ ਮਾਸ m1 ਹੈ, ਕਿਹੜੀ ਲੋਕੇਸ਼ਨ ਤੇ ਹੈਗਾ 2n ਤੇ। ਇੱਥੇ ਆਉਂਦਾ ਸੀ k iota omega t minus k x, x ਕਿਹਦੀ ਲੋਕੇਸ਼ਨ 2n ਪਾਰਟੀਕਲ ਦੀ ਲੋਕੇਸ਼ਨ ਕਿੰਨੀ ਹੈ 2n ਹੈ। ਅੱਛਾ ਇੱਥੇ ਵੀ x ਚੱਲ ਰਿਹਾ, ਇੱਥੇ ਵੀ x ਚੱਲ ਰਿਹਾ, ਕਿਉਂਕਿ ਅਸੀਂ ਕਿਹੜੀ ਵੇਵ ਸਟੱਡੀ ਕਰ ਰਹੇ ਹਾਂ ਲੌਂਗੀਟਿਊਡਲ। ਪਾਰਟੀਕਲ ਵੀ x ਐਕਸਿਸ ਲੌਂਗ ਪਏਗਾ, ਉਹਨੇ ਡਿਸਪਲੇਸਮੈਂਟ ਵੀ x ਦੇ ਲੌਂਗ ਹੋਏਗੀ। ਜੇ ਇੱਥੇ ਮੈਂ y ਲਿਖ ਦਿੰਦਾ ਤੇ ਡਿਸਪਲੇਸਮੈਂਟ ਕਿੱਥੇ ਹੁੰਦੀ y ਐਕਸਿਸ ਦੇ ਲੌਂਗ, ਤੇ ਫਿਰ ਹੁੰਦੀ ਇਲੈਕਟ੍ਰੋਮੈਗਨੈਟਿਕ ਜਾਂ ਸਾਡੇ ਕੋਲ ਉਹ ਵਾਲੀ ਟ੍ਰਾਂਸਵਰਸ। ਐਦਾਂ ਲਿਖਦੇ ਹਾਂ, ਐਦਾਂ ਹੀ x 2n plus 1, 2n plus 1 ਤੇ ਕੌਣ ਬੈਠਾ ਹੋਇਆ m2, ਉਹਦਾ ਐਂਪਲੀਟਿਊਡ ਵੱਖਰਾ ਹੋਏਗਾ b, ਕਿਉਂਕਿ ਨੇਚਰ ਸੇਮ ਨਹੀਂ। ਇੱਥੇ ਕੀ ਆਏਗਾ 2n plus 1a, ਤੇ x 2n ਤੋਂ ਪਿਛਲਾ ਉਹ ਵੀ b e iota omega t minus k 2n minus 1a लिख लिया सीधा। ठीक है, लग गया पता कैसे किसी वास्ते कर रहे हैं। पहली क्वेश्चन हाँ लिख लिया। ठीक है, पुट वैल्यू इन वन, पहली क्वेश्चन वैल्यू पुट करो बेटे। जो डबल डेरिवेटिव पैदा करोगे
ਆਇਓਟਾ ਨੂੰ ਇੱਕ ਵਾਰੀ e ਐਕਸਪੋਨੈਂਟ ਨੂੰ ਇੱਕ ਵਾਰੀ ਡੈਰੀਵੇਟਿਵ ਕਰਾਂਗੇ t ਦੇ ਨਾਲ ਕਿੰਨਾ ਆਏਗਾ a ਆਇਓਟਾ ਓਮੇਗਾ e ਪਾਵਰ ਸੇਮ ਇੱਕ ਹੋਰ ਵੀ ਕਰਾਂਗੇ a ਆਇਓਟਾ ਓਮੇਗਾ ਦਾ ਸਕੁਆਇਰ ਆਇਓਟਾ ਓਮੇਗਾ ਦਾ ਸਕੁਆਇਰ ਕਿੰਨਾ ਹੁੰਦਾ ਮਾਈਨਸ ਓਮੇਗਾ ਸਕੁਆਇਰ ਤੇ ਆ ਜਿਹੜੇ ਬਾਕੀ ਬੈਠੇ ਹੋਏ ਇਧਰ ਸਾਈਡ ਤੇ ਇਹਨਾਂ ਦਾ ਕੋਈ ਡੈਰੀਵੇਟਿਵ ਹੋ ਰਿਹਾ ਕੋਈ ਡੈਰੀਵੇਟਿਵ ਉਹ ਸਿੱਧੇ ਪੁੱਟ ਕਰਾਂਗੇ ਠੀਕ ਹੈ ਸੋ ਇਕੁਏਸ਼ਨ 1 ਕੀ ਬਣੇਗੀ ਤੁਹਾਡੇ ਕੋਲ ਉਹ ਸਾਰੇ ਮੈਂ ਟॉप पे लिख देना तो ये बनेगी मेरे को माइनस a ओमेगा स्क्वायर e आयोटा ओमेगा t माइनस 2a n इक्वल टू s बाहर ऐसी इक्वेशन की बनेगी xn प्लस 1 बनेगी 2n प्लस 1 d आयोटा ओमेगा t माइनस k 2n प्लस 1a प्लस b आयोटा ओमेगा t माइनस k 2n माइनस 1a माइनस 2a e आयोटा ओमेगा t माइनस k 2n ठीक है इस स्टेप लगा पता की कितना मैं सिर्फ एक स्टेप छड्डिया ਜਦੋਂ ਦਾ ਡੈਰੀਵੇਟਿਵ ਕਰਨਾ ਸੀ ਡਬਲ ਜਦੋਂ ਡਬਲ ਡੈਰੀਵੇਟਿਵ ਕਰਾਂਗੇ ਨਾ ਇਸ ਚੀਜ਼ ਦਾ ਇਹਦਾ आएगा माइनस a ओमेगा स्क्वायर e पावर सेम और लिख देता ए 2n प्लस 1 टर्म है वह लिखते फिर 2n प्लस माइनस 1 वाली भी लिखते फिर 2 टाइम वो भी लिखते क्या तीनों से कुछ कॉमन आ रहे एस साइड तो उस साइड तक की कॉमन आ रहे हैं e आयोटा ओमेगा t माइनस 2n k a ये सारा कॉमन है ठीक है कैंसिल कर सकते हैं हम शो नहीं करना कि कॉमन काट के दिखाना सीधा ही कैंसिल ऑलरेडी सम बहुत बड़ा है ताड़ा की बनेगा फिर माइनस a ओमेगा स्क्वायर s b माइनस आयोटा के ए प्लस बी ई माइनस माइनस प्लस आयोटा के ए माइनस 2a ठीक है बन जाएगा ਉਹਨੂੰ ਡਾਕਾ ਤਾਂ ਥੋੜਾ ਹੀ ਹੈ ਬੰਦ ਹੋ ਗਿਆ 20% ਉਹਨੇ ਨਹੀਂ ਕੋਈ ਗੱਲ ਨਹੀਂ ਹਲ ਜਾਣ ਦੋ ਉਹਨੂੰ ਲੋ ਪਾਵਰ ਮੋਡ ਕਰ ਦੋ ਚੱਲਣ ਦੋ ਉਹ ਬੜਾ ਢੀਠ ਹੈ ਠੀਕ ਹੈ ਇਹ ਸਟੈਪ ਹੋ ਗਿਆ मतलब मैं एक स्टेप लिखांगा ठीक है दूजा मैं सिमिलर लिखन लगा कॉपी पेस्ट मार के ਤੁਸੀਂ ਉਹਦੇ ਵਿੱਚ ਚਾਰ ਜਿੰਨੀਆਂ ਲਾਈਨਾਂ ਇੱਥੇ ਲੱਗੀਆਂ ਨਾ ਕਿੰਨੀਆਂ ਲਾਈਨ ਲੱਗ ਗਈਆਂ ਐ ਲਿਖਣ ਤੋਂ ਬਾਅਦ ਇਹ ਲਿਖਿਆ ਨਾ ਤੁਸੀਂ ਦੂਜੀ ਇਕੁਏਸ਼ਨ ਵਾਸਤੇ ਇਹ ਵੀ ਬਦਲ ਦੇ ਕਿਉਂਕਿ ਇਹ ਕੌਣ ਆ ਰਿਹਾ 2n 2n 2 ਤੇ 2n 1 ਉਹ ਵੀ ਲਿਖਾਂਗੇ ਤੇ ਜਿੰਨੀਆਂ ਲਾਈਨਸ ਇਹਦੇ ਵਾਸਤੇ ਵਰਤੀਆਂ ਇਦਾਂ ਕਾਨ ਵਾਸਤੇ ਹਲੇ ਸਿੰਪਲੀਫਾਈ ਕਰਨਾ ਹੈ ਬੇਟੇ ਇਹਦੇ ਵਿੱਚ ਕੋਈ ਚੀਜ਼ ਕਾਮਨ ਆ ਰਹੀ ਹੈ ਦੋਵਾਂ ਚ याद है कोई फॉर्मूला वाला माइनस e आयोटा k प्लस e आयोटा k बाय 2 ਹੁੰਦਾ ਜਿਹੜਾ 2 ਨਾਲ ਮਲਟੀਪਲਾਈ ਡਿਵਾਈਡ ਕਰ ਦਿਏ ਕੀ ਚੀਜ਼ ਹੁੰਦੀ ਹੈ cos ka ਕੀ ਹੁੰਦਾ ਹੈ cos ka ਸੋ ਆ ਮੇਰਾ ਸਟੈਪ ਸੋਲਵ ਕਰਕੇ ਪਤਾ ਕੀ ਆਣਾ ਹੈ विजिबल सारे मैं इरेज नहीं किया कि मैं यूज करना ठीक है आज तो बाद बन गया पर ठीक है चीज यस सर ठीक है ਇਹਦੇ ਵਿੱਚ ਇਹਨੂੰ ਥੋੜਾ ਜਿਹਾ ਰੀਅਰੇਂਜ ਕਰਨਾ ਪੈਣਾ ਸਾਨੂੰ ਆਪਾਂ ਕਰਾਂਗੇ ਹਾਂ ਇੱਕ ਚੀਜ਼ ਮਿਸ ਹੋ ਗਈ ਇੱਥੇ m1 ਵੀ ਗਾ ਸੀ ਮਾਸ ਇਹਦੇ ਨਾਲ ਮਲਟੀਪਲਾਈ ਹੁੰਦਾ ਪਿਆ ਸੀ m1 ਇੱਥੇ m1 ਵੀ ਆਏਗਾ ठीक है कर लेंगे चीज को एक क्वेश्चन आ गई माइनस m1 a ओमेगा स्क्वायर 2bs cos k a minus 2s लिख लिया आगे सारा टर्म्स एक पास ले जाओ इकट्ठियां करो की बनेगा ਤੁਹਾਡੇ को जैसे टर्म्स ऊपर वाला स्टेप लिख लिया होया मैंने रेस के नीचे नहीं मैं हल करना नीचे मैंने यूज चाहिए ठीक है ऊपर वाला रेस करने लगा आज स्टेप को की बन देना फिर से अरेंजमेंट करांगे इसकी यदि ये आएगा m1 ओमेगा स्क्वायर माइनस 2s a
प्लस बी 2s cos k equal to 0 एंड इक्वेशन नंबर 3 वेरी इंपॉर्टेंट है विच वाला ना हैगी इक्वेशन नंबर 3 डिफरेंशियल इक्वेशन तो ਅਸੀਂ सिंपल इक्वेशन ਤੇ ਆ ਗਏ ਲੀनियर इक्वेशन इन टू वेरिएबल दो वेरिएबल कौन कौन है a ਤੇ b बन गई इक्वेशन सो आ साडी इक्वेशन आ गई है पहले वाले दी सो इक्वेशन आई साडी ओमेगा स्क्वायर m1 2sa plus b 2s cos k देखो ਜਦੋਂ ਤੁਸੀਂ ਆ ਇਕੁਏਸ਼ਨ ਲਿਖੀ ਸੀ m1 ਦੇ ਵਿੱਚ ਠੀਕ ਹੈ ਅਤੇ ਜਦੋਂ ਇਹ ਤਿੰਨ ਇਕੁਏਸ਼ਨ ਲਿਖਿਆ ਸੀ ਉਸ ਤੋਂ ਬਾਅਦ ਤੁਹਾਡਾ ਕਿੰਨੇ ਸਟੈਪ ਲੱਗ ਗਏ ਇੱਕ ਤੱਕ ਆਉਂਦੇ ਆਉਂਦੇ ਕਿੰਨੇ ਲਾਈਨਾਂ ਯੂਜ਼ ਹੋਈਆਂ ਕਿੰਨੇ ਲਾਈਨ ਹੋਣੀਆਂ ਯੂਜ਼ ਅਰਾਊਂਡ 6 ਹੋ ਗਈਆਂ ਠੀਕ ਹੈ ਹੁਣ ਅੱਗੇ ਲਿਖੋ सिमिलरली आल इक्वेशन दोबारा लिखो आ वाली आ इक्वेशन सिमिलरली इक्वेशन लिखो रिपीट करो एच कौन कौन आंदा पे एक तो 2n आंदा पे ठीक है एक कौन आंदा पे 2n + 1 और साडे को हैगा एक केड़ा हैगा साडे को 2n + 2 बस ये फर्क आएगा आ लिखो इसके बाद यदि इक्वेशन ਉਹਨੂੰ ਤਾਂ ਆਲਰੇਡੀ 2 ਮੰਨਿਆ ਹੀ ਹੋਇਆ आ लिखना ना आगे लिख लिया दोबारा लिखना बेटर होता है बार बार पेज पीछे नहीं मोड़ना होता कोई लिख लो आ इक्वेशन लिख लिया तेरी लिखो ठीक है आ इक्वेशन लिखने तो बाद पिछला स्टेप जो तक पहुंचे हैं 6 लाइन लगी 7 लाइन छाड़ दो 7 लाइन छाड़ के सीधा रिजल्ट लिखो सेम ऐसे तरीके रिजल्ट आएगा और तुम खुद बनाना है और रिजल्ट की गल लिख लिया और रिजल्ट आएगा 2s cos ka a plus m2 omega square minus 2s equal to 0 है इक्वेशन 4 दो इक्वेशन ठीक है डिफरेंशियल इक्वेशंस तो ਅਸੀਂ ਲੀਨੀਅਰ ਇਕੁਏਸ਼ਨਸ ਤੱਕ ਆ ਗਏ ਹੋਏ ਆ ਜਿਹੜਾ e iota omega t minus ka टर्म थी वो ਅਸੀਂ एलिमिनेट कर ਦਿੱਤੀ ठीक है 6-7 लाइनें छड्डती ही है ना ਉਹ ਛੱਡ ਕੇ ਲਿਖਣਾ ਹੈ ਪੇਪਰ ਦੇ ਵਿੱਚ ਜੇ ਤੁਸੀਂ ਆਪ ਸੋਲਵ ਨਹੀਂ ਕੀਤਾ ਤੁਹਾਡੇ 2 ਤੋਂ 3 ਨੰਬਰ ਗਏ ਜੇ 15 ਨੰਬਰ ਦੇ ਕੁਐਸਚਨ ਠੀਕ ਹੈ ਐਗਜ਼ਾਮਿਨਰ ਨੂੰ ਦੋਨੋਂ ਸਟੈਪ ਚਾਹੀਦੇ ਹੈਗੇ ਪੂਰੇ ਠੀਕ ਹੈ ਲਿਖ ਲਿਆ ਹੁਣ ਕਿਸੇ ਬੱਚੇ ਨੂੰ ਪਤਾ ਹੈ ਸੋਲਵ ਕਿੱਦਾਂ ਕਰਾਂਗੇ ਲੀਨੀਅਰ ਇਕੁਏਸ਼ਨ ਇਨ 2 ਵੇਰੀਏਬਲ ਦਾ ਰਿਜ਼ਲਟ ਕੀ ਹੈ 0 ਇਹਦਾ ਇੱਕੋ ਹੀ ਕੇਸ ਹੈ ਜੇ ਤੁਸੀਂ ਇਹਦੀ ਮੈਟ੍ਰਿਕਸ ਬਣਾ ਲਓ ऐसे ही बनेगी ना ऐसे बनेगी मैट्रिक्स ए ते बी 0 नहीं गए ए ते बी जो एम्पलीट्यूड 0 नहीं वेव चल रही है फिर कौन 0 होएगा मैट्रिक्स 0 नहीं होती बट मैट्रिक्स का की नोट करेंगे डिटरमिनेंट की करेंगे अपन ਤੁਹਾਨੂੰ याद ਹੋਵੇ ਕੈਲੀਮੈਂਟਲ ਥਿਓਰਮ ਕਰਦੇ ਨਾ ਉਹਦੀ ਉਹ ਚ ਵੀ ਇਹੀ ਰਿਜ਼ਲਟ ਇਦਾਂ ਬਣਾਉਂਦੇ ਹੋ ਤੇ ਇਹਦਾ ਡਿਟਰਮਿਨੈਂਟ ਕਿਹਦੇ ਕੋਲ ਕਰ ਦਿੰਦੇ ਹੋ 0 ਤੁਹਾਡੇ ਕੋਲ ਆਈਗਨ ਵੈਲਿਊ ਇਕੁਏਸ਼ਨ ਹੈ ਆ ਵੀ ਆਈਗਨ ਵੈਲਿਊ ਇਕੁਏਸ਼ਨ ਨਿਕਲਣੀ ਹੈ ਜੀ ਠੀਕ ਹੈ ਤੇ ਇਹਨੂੰ ਸੋਲਵ ਕਰੋ ਡਿਟਰਮਿਨੈਂਟ ਕਿੰਨਾ ਆਏਗਾ ਤਾਂ ਇਹਦਾ ਡਿਟਰਮਿਨੈਂਟ ਨਿਕਾਲ ਲਓ ठीक है बड़ा सिंपल है मल्टीप्लाई करना की बनेगा m1 m2 ओमेगा 4 इस बाद आएगा माइनस 2s ब्रैकेट m1 प्लस m2 ओमेगा स्क्वायर माइनस 4s स्क्वायर ठीक है प्लस 4s स्क्वायर माइनस 4s स्क्वायर cos स्क्वायर k बन जाएगा तक ठीक है और चल रही वीडियो ठीक है हले आएगा 10% से भी कोई सिग्नल आएगा और फिर कर देना ओके ऐसे तक आ गए अच्छा ए चीज कुछ कर सकते
4 स्क्वायर जो कॉमन कटांगे ते 1 माइनस cos स्क्वायर किदे इक्वल हुंदा sin स्क्वायर। आ एक क्वाड्रेटिक इक्वेशन बन गई किहड़े वेरिएबल दे विच किहदे च बनी क्वाड्रेटिक ओमेगा की ओमेगा स्क्वायर च क्योंकि इथे ओमेगा 4 है ना तो इथे कौन है तो लिखो विच इज क्वाड्रेटिक इक्वेशन इन ओमेगा स्क्वायर। ऊपर लिख लिया सारे डिटरमिनेंट तक लिख लिया है जल्दी नोट करो इनको ते भाई क्वाड्रेटिक इक्वेशन सॉल्व कितना करते हैं डिस्क्रिमिनेंट की अंदर थी ओमेगा स्क्वायर की आना है माइनस की अंदर थी माइनस 2b यही होता था ना प्लस माइनस रूट बी स्क्वायर आएगा 4s स्क्वायर बी स्क्वायर माइनस 4s 16s स्क्वायर साइन स्क्वायर के ए m1 m2 यही बनेगा ओवर क्यों होना है 2a ठीक है कोई नई चीज है नहीं ठीक हो गया एनु करते गए थे वाले पार्ट में तो आप लिखो इतना तक बन गया ओमेगा स्क्वायर ऊपर 2s ऐसा कर सकते हैं नीचे बोला जाता है ना देखो माइनस बी हाँ 2 आना ठीक है कर सकते हैं चीज फिर भी आएगा प्लस माइनस ਜਦੋਂ ਇਹ ਬ੍ਰੈਕਟ ਰੂਟ ਦੇ ਵਿੱਚ ਆਏਗਾ ਬਣ ਜਾਏਗਾ 4m1 स्क्वायर m2 स्क्वायर ਕੀ ਬਣ ਜਾਣਾ 4 ਤੇ ਜਦ 4 ਹੈ ਥੱਲੇ ਆਏਗਾ ਇਹ ਬਣੇਗਾ s स्क्वायर 1/m1 1/m2 ਦਾ ਹੋਲ रूट ਦੇ ਅੰਦਰ m1 स्क्वायर m2 स्क्वायर ਜਾਣਾ ਤੇ ਕੱਲੇ ਕੱਲੇ ਦੇ ਨੀਚੇ ਆਣਾ ਤੇ ਇੱਧਰ ਕੀ ਬਣੇਗਾ ਇਹ 4 ਇਹ ਹੋ ਗਿਆ 4 s स्क्वायर ਤੇ ਓਵਰ m1 m2 ठीक है ऐसे तक आगे ऐसा रिजल्ट बन गया ठीक है कितने रूट्स आने हैं 2 रूट्स आने हैं एक विचकार पॉजिटिव साइन लेके आवांगे एक कदम लेके आवांगे नेगेटिव एक होएगा ओमेगा प्लस स्क्वायर पहला ਅਸੀਂ ਇਹਨੂੰ ਸਟੱਡੀ ਕਰਾਂਗੇ ਕਿੰਨਾ ਹੋਏਗਾ s ਸਾਡਾ ਮੇਨ ਪਰਪਸ ਹੈਗਾ ਕਿ ਜਦੋਂ ਵਾਈਬ੍ਰੇਸ਼ਨ ਡਾਇਟੋਮ ਇਲੈਕਟ੍ਰਿਕ ਚੋਂ ਲੀਨੀਅਰ ਚੋਂ ਨਿਕਲੇਗੀ ਦੀ ਫ੍ਰੀਕੁਐਂਸੀ ਕਿੰਨੀ ਹੋਈ ਫ੍ਰੀਕੁਐਂਸੀ ਦੇ ਕਿੰਨੇ ਆਨਸਰ ਹੋ ਸਕਦੇ ਓਮੇਗਾ ਅਸੀਂ ਉੱਥੇ ਪਹੁੰਚ ਗਏ ਹਾਂ ਪਹਿਲਾਂ ਅਸੀਂ ਹੁਣ ਸਪੈਸ਼ਲ ਕੇਸਿਸ ਪੜਾਂਗੇ ਓਮੇਗਾ ਪੋਜ਼ਿਟਿਵ ਦੇ ਫਿਰ ਕਿਤੇ ਪੜਾਂਗੇ ਓਮੇਗਾ ਨੈਗੇਟਿਵ ਤੇ ਫਿਰ ਐਂਡ ਕੰਕਲੂਜਨ ਕਰਨਾਂਗੇ ਆਪਟੀਕਲ ਬ੍ਰਾਂਚ ਕਿਹਨੂੰ ਕਹਿੰਦੇ ਤੇ ਅਕੋਸਟਿਕ ਸਪੈਸ਼ਲ ਕੇਸਿਸ ਕਹਿੰਦੇ ਠੀਕ ਹੈ ਹੁਣ ਇਹ ਲਿਖ ਲਓ ਪਹਿਲਾਂ ਸਪੈਸ਼ਲ ਕੇਸ जनरली सॉलिड्स ਦੇ ਵਿੱਚ ਨਾ लो फ्रीक्वेंसी वाली वाइब्रेशन ਜਦੋਂ ਨਿਕਲਦੀ ਹੈ ਫੀਲ ਵੀ ਨਹੀਂ ਹੁੰਦੀ ਠੀਕ ਹੈ ਇਸ ਟਾਈਮ ਮੈਂ ਟੇਬਲ ਤੁਹਾਨੂੰ ਫੀਲ ਵੀ ਨਹੀਂ ਹੋਣਾ ਟੇਬਲ 'ਚ ਕਿੰਨੀਆਂ ਵਾਈਬ੍ਰੇਸ਼ਨ ਨਿਕਲ ਰਹੀਆਂ ਬਟ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਸਾਡੀ ਬਾਡੀ 'ਚ ਕਿੰਨੀਆਂ ਨਿਕਲ ਰਹੀਆਂ ਪਤਾ ਨਹੀਂ ਲੱਗ ਰਿਹਾ ਪਤਾ ਕਿਹੜਾ ਲੱਗਦਾ ਹੈ ਜਿਹਨਾਂ ਦੀ ਫ੍ਰੀਕੁਐਂਸੀ ਕੀ ਹੁੰਦੀ ਹੈ ਹਾਈ ਹੁੰਦੀ ਹੈ ਹਾਈ ਫ੍ਰੀਕੁਐਂਸੀ ਦਾ ਮਤਲਬ ਲੋ ਵੇਵਲੈਂਥ ਕੀ ਮਤਲਬ ਹੈ ਠੀਕ ਹੈ ਤੇ ਜਿਹੜੀ ਲੋ ਫ੍ਰੀਕੁਐਂਸੀ ਹੁੰਦੀ ਉਹ ਕੀ ਹੁੰਦੀ ਹੈ ਹਾਈ ਠੀਕ ਹੈ ਅਸੀਂ ਪਹਿਲਾਂ ਐਕਸਟ੍ਰੀਮ ਕੇਸਿਸ ਤੇ ਚੱਲਾਂਗੇ ठीक है लॉन्गर वेवलेंथ हेडिंग पाओ पहला फॉर लॉन्गर वेवलेंथ पहला बिल्कुल असली लॉन्गर वेवलेंथ चले गए हाई फ्रीक्वेंसी पे पहुंच के लग गया पता फर्क लॉन्ग वेवलेंथ जितनी होएगी फ्रीक्वेंसी की होएगी उतनी ज्यादा होएगी सानू मेटल दे विच या सॉलिड दे विच अगर वाइब्रेशन स्टडी करनी है इंपैक्ट स्टडी करना है हाई फ्रीक्वेंसी चाहिए लो नहीं चाहिए फॉर लॉन्गर वेवलेंथ चल रही वीडियो अच्छा फॉर लॉन्गर वेवलेंथ लिखो इना सारे च वेवलेंथ दे उत्ते कौन डिपेंड करता है एस m1 m2 k
k ਕੀ ਹੁੰਦਾ k 2 पाई by lambda। तो अगर मेरी लैम्डा लॉन्ग है इंफिनिटी है पहला मैं केस करा करने पॉजिटिव देखो क्या है आंसर कभी 0 हो सकता है पहले कभी नहीं होना क्योंकि मैं विच प्लस अज्यूम करता जब मैं माइनस करांगा हां हो सकता जब ए ते ए की हो जाए इक्वल पॉजिटिव वाली फ्रीक्वेंसी ओमेगा स्क्वायर कभी 0 नहीं होगी ਅਸੀਂ ਉਹਦੀ ਲੋਅਰ ਲਿਮਿਟ ਤੇ ਹਾਈਐਸਟ ਲਿਮਿਟ ਲੱਭਾਂਗੇ ਕੀ ਲੱਭਾਂਗੇ ਪਹਿਲਾਂ ਲੋ ਤੇ ਫਿਰ ਕੀ ਲੱਭਾਂਗੇ ਹਾਈਐਸਟ तो k जे इंफिनिटी है तेरा मतलब k a क्यों होएगा अप्रोचेस टू 0 हम दो ਤੇ ਲਿਖੇ ਜਦੋਂ ਐਂਗਲ ਛੋਟਾ ਹੁੰਦਾ ਹੈ sin थीटा ਅਪਰੋਕਸੀਮੇਟਲੀ ਕਿਹਦੇ ਕੋਲ ਹੁੰਦਾ ਥੀਟਾ ਦੇ ਇੱਕ ਆਬਜ਼ਰਵੇਸ਼ਨ ਦੂਜਾ ਜੇ ਐਂਗਲ ਬਹੁਤ ਹੀ ਛੋਟਾ ਹੈ ਤੇ sin 0 ਕਿੰਨਾ ਹੋ ਜਾਏਗਾ 0 sin 0 ਕਿੰਨਾ ਹੋ ਜਾਏਗਾ 0 ਆ ਟਰਮ ਪਹਿਲਾਂ ਅਸੀਂ ਐਕਸਟ੍ਰੀਮ ਕੇਸ ਪੜ੍ਹਦੇ ਮੈਂ ਕਿਹੜਾ ਕੇਸ ਪੜ੍ਹਦੇ ਬਿਲਕੁਲ ਹੀ ਮਿਨੀਮਮ ਵਾਲਾ ਕੇਸ ਤੇ ਆਪਾਂ ਇਹਨੂੰ ਕੀ ਮੰਨਾਂਗੇ ਇੰਨਾ ਛੋਟਾ ਕਿ ਅਪਰੋਕਸੀਮੇਟਲੀ ਕੀ ਹੋ ਜਾਵੇ 0 ਹੀ ਹੋ ਜਾਵੇ ਲਿਖੋ then sin 0 कितना होता है 0 चलो ए कितना बनेगा फिर मेरा ओमेगा पॉजिटिव स्क्वायर s 1 by m1 plus 1 by m2 plus s square 1 by m1 अच्छा इसके अंदर प्लस ही आया थी कि माइनस तक आती देखो ध्यान दो प्लस ही थी प्लस हुन जो रूट लेना है दोनों ही पॉजिटिव है मास कभी नेगेटिव हो जाती है स्क्वायर किसी नंबर का नेगेटिव होना है ये हमेशा की आना है s स्क्वायर में हटाया पॉजिटिव सॉल्व किया तो आंसर क्या आया ए लिमिट आ गई जे घट तो घट एडी वैल्यू का आनी है मिनिमम इतनी तो है ही है ठीक है लग गया पता है कदों मन्निया थी जब k की हो गया खत्म ही हो गया k 0 आ गया जब साडा रेसिप्रोकल लैटिस ਹੁੰਦਾ है ना जे ओरिजिनल डायरेक्ट लैटिस वेवलेंथ लैम्डा स्टडी कर रहे हैं या डिस्टेंस d स्टडी कर रहे हैं रेसिप्रोकल डिस्टेंस केड़े स्टडी करांगे d के 1 by d 1 by d जे डायरेक्ट लैटिस वेवलेंथ लैम्डा स्टडी कर रहे हैं ते रेसिप्रोकल केड़ी स्टडी करांगे ते 1 by लैम्डा जो 2 पाई ने मल्टीप्लाई करी की आंदा k वेव नंबर तो रेसिप्रोकल लैटिस दा जेड़ा यूनिट सेल ਹੁੰਦਾ ਜਿਹਨੂੰ ਕਹਿੰਦੇ ਬ੍ਰਿਲੀਅੰਟ ਜ਼ੋਨ ਕੀ ਕਹਿੰਦਾ ਇਹਨੂੰ ਬ੍ਰਿਲੀਅੰਟ ਜ਼ੋਨ ਜਿਹੜਾ प्लॉटिंग होती है हमेशा k की टर्म्स में किस होएगी क्योंकि डायरेक्ट लैटिस वेवलेंथ लैम्डा ते रेसिप्रोकल की होएगी ते 2 पाई जरा नंबर यूनिट मल्टीप्लाई होता है ऐसा आ गए आगे लिखो फॉर k हुन अगे सी ऐसी लॉन्गर एक्सट्रीम मिनिमम ਅਸੀਂ ਕੀ ਮੰਨਿਆ ਤੇ sin k ਕੀ ਹੈ मिनिमम कितना होता sin k sin कितना होता है आगे लिखो फॉर एक्सट्रीम sin k इक्वल टू 1 sin k इक्वल टू तो जे sin ਦੀ ਵੈਲਿਊ sin k a ਦੀ ਘੱਟ ਬਟ 0 ਹੋ ਸਕਦਾ ਆਨਸਰ ਕੱਢ ਲਿਆ ਤੇ ਜੇ sin k a ਕਿੰਨਾ ਹੋ ਗਿਆ sin ਦੀ ਵੈਲਿਊ 1 ਤੋਂ ਜ਼ਿਆਦਾ ਹੋ ਸਕਦੀ ਕਦੀ ਨਹੀਂ ਕਿਉਂਕਿ ਇਸ ਪੂਰੀ ਇਕੁਏਸ਼ਨ ਵੇਰੀਏਬਲ ਇੱਕੋ ਹੀ ਹੈ ਕੌਣ ਬਾਕੀ ਸਾਰੇ ਕਾਂਸਟੈਂਟ ਸਾਡੇ ਆਨਸਰ ਇੰਨੇ ਦੱਸਣੇ ਆ और लिखो फॉर एक्सट्रीम केस अगला केस है पहला हो गया वाला अगला लिखो फॉर एक्सट्रीम केस sin ka इक्वल टू 1 sin ka इक्वल टू ਤੇ ਜੇ sin ka इक्वल टू 1 हो ਜਾਂਦਾ है ਤੇ k a कितना होएगा pi by 2 ਤੇ a कितना हो गया k कितना का pi by 2a f लोकेशन ਤੇ ਗੱਲ ਕਰਦੇ ਆ ਕਿਤੇ ਗੱਲ ਕਰਦੇ ਆ क्योंकि सवाल है sin स्क्वायर है ना चाहे sin की होवे पॉजिटिव 1 होवे चाहे की होवे नेगेटिव 1 आंसर की आने ऐसे तरीके से sin के ये मेरे को क्यों होगा -1 ਤੇ k क्यों ना थी ਤੇ k ਦੀ ਵੈਲਿਊ ਕੀ ਆਈ -pi/2 2 ਇਹ ਦੋ ਐਕਸਟ੍ਰੀਮ ਵੈਲਿਊ ਨਹੀਂ ਹੈ ਸਾਡਾ ਜਿਹੜਾ ਬ੍ਰਿਲੀਅੰਟ ਜ਼ੋਨ ਜਾਂ ਲਿਮਿਟਸ ਬਣਨਗੀਆਂ ਨਾ ਜਿਹੜਾ ਯੂਨਿਟ ਸੈੱਲ ਹੋਏਗਾ ਰੈਸਿਪਰੋਕਲ ਇਲੈਕਟ੍ਰਿਕ ਚ ਉਹ -pi/2 ਇਹ ਤੋਂ ਲੈ ਕੇ ਕਿੱਥੇ ਤੱਕ ਹੋਏਗਾ ਬਸ ਇਹਦੇ ਵਿੱਚ ਹੀ ਹੋਣਾ ਉਹ ਚ k 0 ਵੀ ਆਉਂਦਾ ਪਿਆ ਕਿ ਨਹੀਂ ਆਉਂਦਾ ਪਿਆ k 0 ਤੇ ਆਪਾਂ ਐਕਸਟ੍ਰੀਮ ਵੈਲਿਊ ਕੱਢ ਲਈ ਹੁਣ ਆਪਾਂ ਬਾਉਂਡਰੀ ਤੇ ਕੱਢਾਂਗੇ ਕੀ ਬਣੇਗਾ ਫਿਰ ਬੋਲੋ ਕੀ ਆਨਸਰ ਆਏਗਾ ਉਹਦਾ अब 1 हो गया बेटे दोस्तों हम की करिए n वन कुछ कॉमन अंदर है n स्क्वायर बार s हो जाएगा n का होल स्क्वायर की बनेगा 1 by m1 स्क्वायर प्लस 1 by m2 स्क्वायर प्लस 2m by 2 by m1 m2 ये आएगा 4 by m1 m2 माइनस चेक सब्ट्रैक्ट करांगा बन जाएगा 1 by m1 स्क्वायर
प्लस 1/m2 स्क्वायर माइनस 2/m1 m2 जो कि बन गया 1/m1 माइनस 1/m2 का होल स्क्वायर। ਆਪਾਂ ਜ਼ਿਆਦਾ ਸਟੈਪ ਪੂਰੇ ਨਹੀਂ ਲਿਖਾਂਗੇ, ਸਿੱਧਾ ਫਾਈਨਲ ਗੱਲ ਤੇ ਪਹੁੰਚ ਜਾਵਾਂਗੇ। ਇੱਥੇ ਆ ਗਏ ਹੁਣ ਪ੍ਰੋਬਲਮ स्क्वायर रूट लवांगे ए पॉजिटिव भी हो सकता है नेगेटिव भी हो सकता है। तो स्टार्टिंग डायग्राम बनाई था मैं एक छोटा मास रही थी किहड़ा सीगा ਵੱਡਾ ਕਿਹੜਾ ਸੀਗਾ m2 वाला ਵੱਡਾ ਸੀ ਤੇ m1 वाला ਕੀ ਸੀ ਛੋਟਾ ਸੀ ਤੇ ਜੇ ਮੇਰਾ m2 m1 ਨਾਲੋਂ ਵੱਡਾ ਹੋਏਗਾ ਤੇ 1/m2 ਕੀ ਹੋਏਗਾ 1/m1 ਨਾਲੋਂ ਸਵਾਲ ਦੀ ਪਹਿਲੀ ਟਰਮ ਵੱਡੀ ਹੋਏਗੀ ਦੂਜੀ ਟਰਮ ਕੀ ਹੋਏਗੀ ਤੇ ਮੋਡ ਦੇ ਵਿੱਚ ਹਮੇਸ਼ਾ ਆਨਸਰ ਪੋਜ਼ਿਟਿਵ ਲੈਣਾ ਹੁੰਦਾ ਤੇ ਇਹਦਾ ਮੋਡ ਕੀ ਹੋਏਗਾ ਜਦੋਂ ਤੋੜਾਂਗੇ ਇਹ ਬਣੇਗਾ s 1/m1 1/ ਤੇ ਇਹਨੂੰ ਮੈਂ ਜੇ ਸਿੰਪਲੀਫਾਈ ਕਰਾਂ ਤੇ ਮੇਰਾ 2s ਕੀ ਬਣ ਜਾਣਾ ਨੇ m1 बन गया। ये चीज होगी क्लियर तक, ठीक है। मेरे ओमेगा पॉजिटिव स्क्वायर वाले दे आंसर खत्म हो ਉਹਦੀ ਘੱਟ ਤੋਂ ਘੱਟ ਕਿੰਨੀ ਵੈਲਿਊ ਹੈ ਐਨੀ ਤੇ ਵੱਡੀ ਤੋਂ ਵੱਡੀ ਕਿੰਨੀ ਹੈ ਉੱਪਰ ਤੱਕ ਪਤਾ ਲੱਗ ਗਿਆ। ਇਹਦਾ ਮਤਲਬ ਹਾਲੇ ਸਾਨੂੰ ਮੋਡ ਨਹੀਂ ਪਤਾ ਕਿਹੜਾ ਕਿਉਂਕਿ ਦੋ ਮੋਡ ਹੈ ਇੱਕ ਪੋਜ਼ਿਟਿਵ ਓਮੇਗਾ ਇੱਕ ਕਿਹੜਾ ਹੈ ਇੱਕ ਇਹਦੇ ਵਿੱਚੋਂ ਅਕੋਸਟਿਕ ਹੈਗਾ ਜਿਹੜਾ ਸਾਊਂਡ ਦੇ ਨਾਲ ਚੱਲਦਾ ਸਾਊਂਡ ਵਰਗਾ ਹੁੰਦਾ ਦੂਜਾ ਕਿਹੜਾ ਹੁੰਦਾ ਆਪਟਿਕ ਜਿਹੜਾ ਲਾਈਟ ਵਰਗਾ ਹੁੰਦਾ ਲਾਈਟ ਮੀਨ ਟ੍ਰਾਂਸਵਰਸ ਵੇ। ਠੀਕ ਹੈ ਅੱਜ ਅਸੀਂ ਇੰਨਾ ਕਰਦੇ ਠੀਕ ਹੈ ਕੱਲ ਅਸੀਂ ਨੂੰ ਅੱਗੇ ਕੰਟੀਨਿਊ ਕਰਾਂਗੇ।